ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਸਿਹਤ ਟੂਡੇ ਦੇ ਵਿੱਚ। ਸਾਡੇ ਅੱਜ ਦੇ ਸਪੈਸ਼ਲ ਗੈਸਟ ਨੇ ਕੋਮਲ ਮੈਮ, ਫੇਮਸ ਡਾਈਟੀਸ਼ੀਅਨ ਐਂਡ ਨਿਊਟ੍ਰੀਸ਼ਨਿਸਟ ਐਂਡ ਫਰੈਂਚਾਈਜ਼ੀ ਡਾਇਰੈਕਟਰ ਫੈਟ ਟੂ ਸਲਿਮ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਤੇ ਇਹ ਡਾਈਟੀਸ਼ੀਅਨ ਤੇ ਨਿਊਟ੍ਰੀਸ਼ਨਿਸਟ ਵਿੱਚ ਕੀ ਫਰਕ ਇਹ ਦੱਸਿਓ। ਮੈਮ ਇਟਸ ਲਾਈਕ ਕਿ ਜਦੋਂ ਤੁਸੀਂ ਕਿਸੇ ਚੀਜ਼ ਦੀ ਸਟੱਡੀਜ਼ ਕੀਤੀਆਂ ਨੇ ਹੈ ਨਾ, ਜਦੋਂ ਤੁਸੀਂ ਇੱਕ ਡਾਕਟਰੀ ਕਰ ਰਹੇ ਹੋ ਅਸੀਂ ਉਹਨੂੰ ਕੁਆਲੀਫਿਕੇਸ਼ਨ ਦਾ ਨੇਮ ਦਿੰਦੇ ਹਾਂ। ਐਂਡ ਵੈਨ ਯੂ ਅਚੀਵ ਸਮਥਿੰਗ it's that dietitian is that nutrition is the I have a knowledge of the nutrition what I am giving to my I am authorized yeah exactly ਤੇ ਇਹ ਜਿਹੜਾ fat to slim ਹੈ ਇਹ ਕੀ ਹੈ actually ਕਿ fat to slim is ਕਿ ਤੁਸੀਂ you are fat and then you are turning into slim but without leaving your favorite fruits food anything you can have anything of your choice and then also you can lose weight it's fat to slim so is a diet culture harmful no it's not harmful people have the concept कि diet ਦਾ ਮਤਲਬ ਹੁੰਦਾ ਖਾਣਾ ਪੀਣਾ ਛੱਡਣਾ but exactly diet ਦਾ ਮਤਲਬ ਹੁੰਦਾ ਸਾਰੇ nutrients ਲੈਣਾ ਤੁਹਾਨੂੰ ਇੱਕ proper amount ਦੇ ਵਿੱਚ ਤੁਸੀਂ ਖਾਣਾ ਖਾਣਾ ਹੈ ਪਰ ਲੋਕਾਂ ਨੂੰ ਲੱਗਦਾ ਕਿ ਨਹੀਂ diet ਦਾ ਮਤਲਬ ਖਾਣਾ ਪੀਣਾ ਛੱਡਣਾ ਹੁੰਦਾ ਪਰ ਉਹ ਨਹੀਂ ਹੈ ਗਲਤ ਹੈ concept ਹੀ ਗਲਤ ਹੈ exercise ਕਿੰਨਾ ਕੁ ਵੱਡਾ ਰੋਲ ਪਲੇ ਕਰਦੀ ਹੈ ਇਹਦੇ ਵਿੱਚ 70% of diet and 30% of exercise it depends on individual to individual ਕੋਈ ਲੋਕੀ exercise ਨਹੀਂ ਕਰ ਸਕਦੇ लेकिन then also they want to lose weight and our diet is going to help them out a lot in that because कि सानू है कि तुसी सब कुछ खा के weight lose करोगे it's a magic of herbs and spices तुसी अपनी diet च सिर्फ herbs and spices add on करना तो ਉਹਦੇ ਨਾਲ ਤੁਸੀਂ weight lose ਕਰੋਗੇ ਜੋ ਵਾਪਸ ਨਹੀਂ ਆਏਗਾ ਇਹ ਜਿਹੜਾ fat to slim ਦਾ ਤੁਹਾਡਾ ਮੋਟੋ ਐਵੇਂ ਪੜ ਰਹੀ ਸੀ eat sleep no exercise yeah exactly ਤੇ ਇਹ 30% ਕਿਵੇਂ accommodate ਹੋਊਗਾ 30% accommodate ਹੋਏਗਾ ਤੁਹਾਡੀ daily activities ਦੇ ਵਿੱਚ ਉਹਦੇ ਚ ਤੁਸੀਂ ਘਰ ਦੇ ladies are doing household chores ਜੋ office work ਕਰ ਰਹੇ ਨੇ ਉਹ ਆਪਣੇ office ਚ ਤੁਸੀਂ ਇੱਥੇ ਤੋਂ ਉੱਥੇ move ਕਰੋਗੇ ਤੁਸੀਂ ਜੇ ਤੁਸੀਂ ਘਰੋਂ ਨਿਕਲਿਓ ਤੁਸੀਂ ਥੋੜਾ ਜਿਹਾ walk ਕਰੋਗੇ ਹੈ ਨਾ you have to be active for at least for 30 minutes a day and that can be included in anything ਤੁਸੀਂ ਜੇ ਤੁਸੀਂ walk ਕਰ ਲਿੱਤਾ ਜੇ ਤੁਸੀਂ ਆਪਣੀ one place to other place ਘਰ ਕਿਚਨ 'ਚ ਲੇਡੀਜ਼ ਕੰਮ ਕਰ ਰਹੀਆਂ ਹੁੰਦੀਆਂ ਨੇ ਖਾਣਾ ਖਿਲਾ ਰਹੇ ਹੋ ਸਰਵਿੰਗ ਕਰ ਰਹੇ ਹੋ ਇਹ ਸਭ ਚੀਜ਼ਾਂ ਇਸ ਚੀਜ਼ 'ਚ ਇਨਕਲੂਡ ਹੋ ਜਾਂਦੀਆਂ ਨੇ ਤੇ ਮੈਮ ਹਰ ਏਜ ਦੇ ਲਈ ਅਲੱਗ ਪਾਰਟਿਕੂਲਰ ਡਾਈਟ ਹੁੰਦੀ ਹੈ ਇੱਕੋ ਡਾਈਟ ਫੋਲੋ ਕਰਦੇ ਆ ਜਾਂ ਹਰ ਇੰਡੀਵਿਜੂਅਲ ਲਈ ਅਲੱਗ ਹੁੰਦੀ ਹੈ ਸਭ ਇੰਡੀਵਿਜੂਅਲੀ ਅਲੱਗ ਹੁੰਦੀ ਹੈ ਇੱਕ ਬੱਚੇ ਦੀ ਮੈਟਾਬੋਲਿਜ਼ਮ ਅਲੱਗ ਹੈ ਇੱਕ ਵੱਡੇ ਦਾ ਅਲੱਗ ਹੈ ਇੱਕ ਬਜ਼ੁਰਗ ਦਾ ਅਲੱਗ ਹੈ ਤੁਸੀਂ ਆਪਣੀ ਬੋਡੀ ਦੇ ਅਕੋਰਡਿੰਗਲੀ ਸਿਸਟਮ ਦੇ ਅਕੋਰਡਿੰਗਲੀ ਚੀਜ਼ਾਂ ਨੂੰ ਪਚਾ ਸਕਦੇ ਹੋ ਜੇ ਤੁਸੀਂ ਕਹੋ ਕਿ ਬੱਚੇ ਦੀ ਡਾਈਟ ਵੱਡਾ ਲਏਗਾ ਉਹਦੇ ਬੋਡੀ ਲਈ ਉਨੀ ਨੈਸੈਸਿਟੀ ਨਹੀਂ ਹੋਏਗੀ ਉਸ ਤੋਂ ਜ਼ਿਆਦਾ ਹੋਏਗੀ ਕਿਉਂਕਿ ਤੁਹਾਡਾ ਵਰਕ ਪੈਟਰਨ ਅਲੱਗ ਹੁੰਦਾ ਜੋ ਕੰਮ ਇੱਕ ਬੱਚਾ ਕਰ ਸਕਦਾ ਅਸੀਂ ਵੱਡੇ ਨਹੀਂ ਕਰ ਸਕਦੇ ਬੱਚਿਆਂ ਦਾ ਖੇਲਣ ਦੀ ਉਹਨਾਂ ਦੀ ਕੈਪੈਸਿਟੀ ਬਹੁਤ ਜ਼ਿਆਦਾ ਬਿਕੋਜ਼ ਉਹਨਾਂ ਨੂੰ ਤਾਂ ਕੈਲਰੀਜ਼ ਜ਼ਿਆਦਾ ਚਾਹੀਦੀਆਂ ਨੇ ਬਿਕੋਜ਼ ਦੇ ਹੈਵ ਟੂ ਰਨ ਐਵਰੀ ਡੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਉਹਨਾਂ ਨੂੰ ਭਜਾ ਸਕਦੇ ਹੋ ਇੱਕ ਬਜ਼ੁਰਗ ਨੂੰ ਨਹੀਂ ਭਜਾ ਸਕਦੇ ਇੱਕ ਵੱਡਾ ਬੰਦਾ ਨਹੀਂ ਇਹ ਕੰਮ ਕਰ ਸਕਦਾ ਤੇ ਇਸ ਕਰਕੇ ਸਭ ਦੀ ਨਿਊਟ੍ਰੀਸ਼ਨ ਵੈਲਿਊ ਵੀ ਅਲੱਗ ਹੁੰਦੀ ਹੈ ਤੇ ਉਹਨਾਂ ਦਾ ਲਾਈਫ ਪੈਟਰਨ ਵੀ ਅਲੱਗ ਹੁੰਦਾ ਤੇ ਕੁਝ ਲੋਕਾਂ ਨੂੰ ਮੈਡੀਕਲ ਹਿਸਟਰੀ ਹੈ ਕੁਝ ਲੋਕ ਹਾਈ ਬੀਪੀ ਪੇਸ਼ੈਂਟ ਹੈ ਲੋ ਬੀਪੀ ਪੇਸ਼ੈਂਟ ਹੈ ਜਾਂ ਡਾਇਬੀਟਿਕ ਜਾਂ ਥਾਇਰਾਇਡ ਪ੍ਰੋਬਲਮਸ ਆ ਉਹਨਾਂ ਦੀ ਪਾਸਟ ਹਿਸਟਰੀ ਇਵੈਲੂਏਟ ਹੁੰਦੀ ਹੈ ਡਾਈਟ ਦਿੰਦੇ ਹੋਏ ਹਾਂਜੀ ਜੀ ਇਹ ਚੀਜ਼ਾਂ ਵੈਲਿਊਏਟ ਹੁੰਦੀਆਂ ਨੇ ਬਿਕੋਜ਼ ਵੀ ਹੈਵ ਟੂ ਨੋ ਕਿ ਕਿਸ ਵਜ੍ਹਾ ਨਾਲ ਤੁਹਾਨੂੰ ਆਈ ਹੈ ਅੱਜ ਕੱਲ੍ਹ ਲੋਕੀ ਕਹਿੰਦੇ ਨੇ ਕਿ ਅਸੀਂ ਮੋਟੇ ਹਾਂ ਪਹਿਲਾ ਰੀਜ਼ਨ ਆਉਂਦਾ ਸਾਨੂੰ ਥਾਇਰਾਇਡ ਹੈ ਜੇ ਕੋਈ ਪਤਲਾ ਹੋ ਰਿਹਾ ਹੈ ਉਹ ਕਹਿੰਦੇ ਨੇ ਸਾਨੂੰ ਡਾਇਬੀਟੀਜ਼ ਹੋ ਗਈ ਹੋਏਗੀ ਹੈ ਨਾ ਅਸੀਂ ਇਸ ਚੀਜ਼ਾਂ ਨੂੰ ਰਿਲੇਟ ਕਰ ਸਕਦੇ ਹਾਂ ਬਟ ਦ ਥਿੰਗ ਇਜ਼ ਕਿ ਜਦੋਂ ਤੁਸੀਂ ਮੋਟਾਪਾ ਤੁਹਾਨੂੰ ਹੈਗਾ that is the main cause you can have thyroid ਤੁਹਾਨੂੰ ਮੋਟਾਪਾ ਹੈਗਾ that is the main cause you can have diabetes ਸਾਡੀ ਡਾਈਟ ਦੇ ਨਾਲ ਹੀ ਸਾਨੂੰ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਅੱਜ ਕੱਲ੍ਹ ਯੰਗ ਜਨਰੇਸ਼ਨ ਇਜ਼ ਫੇਸਿੰਗ PCOD ਹੁਣੇ ਤੁਹਾਡੀ ਮਦਰ ਤੋਂ ਤਾਂ ਤੁਹਾਨੂੰ ਨਹੀਂ ਆਇਆ ਨਾ ਕਿਉਂਕਿ they were not having such issues with them ਇਹ ਸਾਡਾ ਲਾਈਫਸਟਾਈਲ ਡਿਸਆਰਡਰ ਹੈ ਬਿਕੋਜ਼ ਅਸੀਂ ਬਹੁਤ ਜ਼ਿਆਦਾ ਜੰਕ ਫੂਡ ਖਾਂਦੇ ਹਾਂ ਐਂਡ ਵਿਦ ਫੈਟ ਟੂ ਸਲਿਮ ਅਸੀਂ ਤੁਹਾਨੂੰ ਬਿਲਕੁਲ ਵੀ ਮਨਾ ਨਹੀਂ ਕਰਾਂਗੇ ਤੁਸੀਂ ਇਹ ਚੀਜ਼ਾਂ ਖਾਓ ਕਿਉਂਕਿ ਤੁਸੀਂ ਅੱਜ ਦੇ ਸਿਨੈਰੀਓ 'ਚ ਤੁਸੀਂ ਘਰੋਂ ਬਾਹਰ ਜਾਣਾ ਲੋਕੀ ਯੂ ਹੈਵ ਟੂ ਮੂਵ ਫਰੋਮ ਵਨ ਪਲੇਸ ਟੂ ਅਦਰ ਤੁਸੀਂ ਕਿਤੇ ਨਾ ਕਿਤੇ ਜਾਣਾ ਤੁਸੀਂ ਆਪਣੀ ਜਰਨੀ ਕਰਨੀ ਹੈ ਜੇ ਤੁਸੀਂ ਉੱਥੇ ਘਰ ਦਾ ਖਾਣਾ ਡੇਲੀ 10 ਦਿਨ ਵਾਸਤੇ ਪੈਕ ਨਹੀਂ ਕਰਕੇ ਲੈ ਸਕਦੇ ਤੁਸੀਂ ਨਾਲ ਉੱਥੇ ਤੁਹਾਨੂੰ ਖਾਣਾ ਪਏਗਾ ਐਂਡ ਜਿਹੜੇ ਹਰਬਸ ਐਂਡ ਸਪਾਈਸਿਸ ਕਿਉਂ ਕਰਦੇ ਨੇ ਤੁਹਾਡਾ ਮੈਟਾਬੋਲਿਜ਼ਮ ਇੰਨਾ ਜ਼ਿਆਦਾ ਸਟਰੋਂਗ ਕਰ ਦਿੰਦੇ ਤੁਹਾਡੀ ਇਮਿਊਨਿਟੀ ਇੰਨੀ ਸਟਰੋਂਗ ਕਰ ਦਿੰਦੇ ਕਿ ਤੁਸੀਂ ਕੁਛ ਵੀ ਖਾਓ ਤੁਸੀਂ ਉਹਨੂੰ ਪਚਾ ਸਕਦੇ ਹੋ ਅਤੇ ਇਸ ਕਰਕੇ ਵਾਟ ਵੀ ਯੂਜ਼ ਟੂ ਗਿਵ ਇਨ ਆਰ ਡਾਈਟ ਅਸੀਂ ਤੁਹਾਨੂੰ 10 ਦਿਨ ਦੀ ਡਾਈਟ ਦੇ ਰਹੇ ਹਾਂ ਉਹਦੇ 'ਚੋਂ ਇੱਕ ਦਿਨ ਤੁਹਾਨੂੰ ਅਸੀਂ ਦਿੰਦੇ ਹਾਂ ਤੁਸੀਂ ਚੀਟ ਕਰੋ ਤੁਸੀਂ ਰੱਜ ਕੇ ਚੀਟ ਕਰੋ ਤੁਸੀਂ ਜੋ ਖਾਣਾ ਚਾਹੁੰਦੇ ਸੀ ਜੋ ਖਾਣਾ ਚਾਕਲੇਟਸ ਖਾਣੇ ਹਾਂ ਦੱਸ ਕੇ ਚੀਟ ਕਰੋ ਕਿ ਅਸੀਂ ਮੈਂ ਅੱਜ ਖਾ ਲਿਆ ਕਿਉਂਕਿ ਤੁਸੀਂ ਆਪਣੀ ਨਾ ਮਾਰਨਾ ਨਹੀਂ ਹੈ ਆਪਣੇ ਆਪ ਨੂੰ ਕਿ ਮੈਂ ਇਹ ਨਹੀਂ ਖਾਣਾ ਤਰਸਣਾ ਨਹੀਂ ਹੈ ਕਿਸੇ ਚੀਜ਼ ਨੂੰ ਲੈ ਕੇ ਆਪਣੇ ਭੁੱਖੇ ਨਹੀਂ ਰੱਖਣਾ ਤੇ ਅਸੀਂ ਤੁਹਾਨੂੰ ਕਹਾਂਗੇ ਤੁਸੀਂ ਪੂਰਾ ਦਿਨ ਤੁਸੀਂ ਪ੍ਰੋਪਰ 3 ਮੀਲਸ ਲੈਣੇ ਉਹਦੇ ਨਾਲ 2 ਮੀਲਸ ਐਕਸਟਰਾ ਲੈਣੇ ਨੇ ਪਤਲੇ ਹੋਣਾ ਮੋਟੇ ਹੋਣਾ ਇਹ ਤੋਂ ਇਲਾਵਾ ਹੋਰ ਕਿਹੜੇ ਰੀਜ਼ਨਸ ਹੁੰਦੇ ਆ ਜਿਸ ਕਰਕੇ ਡਾਈਟੀਸ਼ੀਅਨ ਜਾਂ ਨਿਊਟ੍ਰੀਸ਼ਨਿਸਟ ਨੂੰ ਮਿਲਣਾ ਚਾਹੀਦਾ ਮੇਨ ਇਸ਼ੂ ਹੁੰਦਾ ਕਿ ਤੁਹਾਡੇ ਹੈਲਥ 'ਤੇ ਤੁਹਾਨੂੰ ਹੈਲਥ ਇਸ਼ੂਜ਼ ਨੇ ਬੇਸਿਕਲੀ ਤੇ ਉਸ ਕਰਕੇ ਡਾਈਟੀਸ਼ੀਅਨਸ ਦੀ ਲੋੜ ਪੈਂਦੀ ਹੈ ਜੋ ਅਸੀਂ ਪੜ੍ਹਿਆ ਸੀਗਾ
ਤੇ ਅਨਲੈਸ ਦੈਨ ਕਿ ਜੇ ਤੁਹਾਨੂੰ ਕੋਈ ਸਕਿਨ ਪ੍ਰੋਬਲਮਸ ਆ ਰਹੀਆਂ, ਯੂ ਵਾਂਟ ਟੂ ਗੋ ਫॉर ਅ ਗੁੱਡ ਕਾਈਂਡ ਆਫ ਅ ਸਕਿਨ, ਜੇ ਤੁਸੀਂ ਆਪਣੇ ਆਪ ਨੂੰ ਮੇਨਟੇਨ ਰੱਖਣਾ ਚਾਹੁੰਦੇ ਹੋ ਕਿ ਤੁਸੀਂ ਇਸ ਲੈਵਲ ਤੇ ਤੁਸੀਂ ਹੋ, ਯੂ ਵਾਂਟ ਟੂ ਸਟੇ ਐਟ ਦਿਸ ਓਨਲੀ, ਯੂ ਕੈਨ ਗੋ ਟੂ ਅ ਡਾਈਟੀਸ਼ੀਅਨ, ਬਿਕੋਜ਼ ਉਹ ਚੀਜ਼ ਆ, ਦੈਟ ਇਜ਼ ਅ ਮੇਨ ਪਰਪਸ ਕਿ ਹੈਲਥ ਇਸ਼ੂ ਹੈ ਜਾਂ ਤੁਸੀਂ ਆਪਣੇ ਆਪ ਨੂੰ ਮੇਨਟੇਨ ਰੱਖਣਾ। ਅਦਰ ਦੈਨ ਦੈਟ ਪਤਲੇ ਹੋਣ ਵਾਸਤੇ ਆਈ ਹੈਵਨਟ ਰੈਡ ਇਟ ਐਨੀਵੇਅਰ ਇਨ ਮਾਈ ਗ੍ਰੈਜੂਏਸ਼ਨ ਕਿ ਸਾਨੂੰ ਪਤਲੇ ਹੋਣ ਵਾਸਤੇ ਡਾਈਟ ਲੈਣੀ ਪਏਗੀ, ਅਨਲੈਸ ਕਿ ਤੁਹਾਨੂੰ ਕੋਈ ਹੈਲਥ ਇਸ਼ੂ ਹੈ। ਉਹ ਇੱਕ ਸੈਕੰਡਰੀ ਇਫੈਕਟ ਹੈ, ਉਹ ਇੱਕ ਸੈਕੰਡਰੀ, ਹਾਂਜੀ, ਇਹ ਅੱਜ ਕੱਲ੍ਹ ਕਾਮਨ ਹੋ ਗਿਆ ਕਿਉਂਕਿ ਪਹਿਲੇ ਲੋਕਾਂ ਨੂੰ ਇਹ ਪ੍ਰੋਬਲਮਸ ਨਹੀਂ ਹੁੰਦੀਆਂ ਸੀਗੀਆਂ। ਹੁਣ ਜੋ ਅਸੀਂ ਹਰਬਸ ਐਂਡ ਸਪਾਈਸਿਸ ਇੰਟਰੋਡਿਊਸ ਕਰ ਰਹੇ ਹਾਂ ਡਾਈਟ ਦੇ ਵਿੱਚ, ਇਹ ਅੱਜ ਤਾਂ ਨਹੀਂ ਹੈ, ਸਾਡੇ ਵੱਡੇ ਬਜ਼ੁਰਗ ਵੀ ਕਰਦੇ ਆ ਰਹੇ ਸੀਗੇ। ਉਹ ਇਹ ਸਭ ਚੀਜ਼ਾਂ, ਗਰਮ ਮਸਾਲੇ, ਯੂ ਮਾਈਟ ਹੈਵ ਹੇਅਰਡ ਦੇ ਯੂਜ਼ ਟੂ ਪੁੱਟ ਗਰਮ ਮਸਾਲਾਸ ਇਨ ਵੈਜੀਟੇਬਲਸ ਐਂਡ ਆਲ ਦੈਟ ਕਾਈਂਡ ਆਫ ਸਟਫ। ਤੇ ਅੱਜ ਦੇ ਸਿਨੈਰੀਓ 'ਚ ਇਫ ਯੂ ਆਸਕ ਐਨੀਵਨ ਟੂ ਟੇਕ ਦੈਟ, ਪਹਿਲਾ ਆਨਸਰ ਇਹ ਹੋਏਗਾ ਗਰਮ ਤੇ ਨਹੀਂ ਹੋਣਗੇ, ਸਾਨੂੰ ਉਹਦੇ ਨਾਲ ਗਰਮੀ ਤੇ ਨਹੀਂ ਹੋ ਜਾਏਗੀ। ਦਿਸ ਕੰਸੈਪਟ ਪੀਪਲ ਹੈਵ ਦੇਅਰ ਇਨ ਮਾਈਂਡ, ਬਟ ਜੇ ਉਹੀ ਕੰਸੈਪਟ ਨਾਲ ਅਸੀਂ ਕੈਰੀ ਔਨ ਕਰੀਏ, ਅਸੀਂ ਆਪਣੇ ਆਪ ਨੂੰ ਮੇਨਟੇਨ ਵੀ ਰੱਖ ਸਕਦੇ ਹਾਂ ਤੇ ਕਾਫੀ ਏਲਮੈਂਟਸ ਆਪਣੇ ਨੂੰ ਕਿਉਰ ਵੀ ਕਰ ਸਕਦੇ ਹਾਂ। ਅੱਛਾ, ਕਿਸੇ ਪਾਰਟਿਕੂਲਰ ਜੌਬ ਲਈ ਜਾਂ ਕਿਸੇ ਪਾਰਟਿਕੂਲਰ ਓਕੇਜ਼ਨ ਲਈ, ਜਾਂ ਕੁੜੀ ਜਾਂ ਮੁੰਡਾ ਵੀ ਮੇਰਾ ਅਗਲੇ ਮਹੀਨੇ ਵਿਆਹ ਹੈ, ਵੀ ਮੈਨੂੰ ਇੰਨੇ weight ਇੰਨੇ ਕਿਲੋ ਘੱਟ ਕਰਨਾ ਹੈ ਇੰਨੇ ਪਾਰਟਿਕੂਲਰ ਸਟਿਪੂਲੇਟਡ ਪੀਰੀਅਡ ਦੇ ਵਿੱਚ, ਇਹ ਕਿੰਨਾ ਕੁ ਜਾਇਜ਼ ਹੈਗਾ? ਇਹ ਇਜ਼ ਇਟ ਹੈਲਦੀ? ਨਹੀਂ, ਇਟਸ ਰੀਅਲੀ ਨਾਟ ਹੈਲਦੀ, ਬਿਕੋਜ਼ ਹੁਣ ਸਾਡੇ ਕੋਲ ਕੁਝ ਕਲਾਇੰਟਸ ਆਉਂਦੇ ਨੇ, ਉਹ ਕਹਿੰਦੇ ਨੇ ਕਿ ਨਹੀਂ ਜੀ ਫਲਾਣੇ ਦਾ weight ਜਲਦੀ ਰਿਡਿਊਸ ਹੋ ਗਿਆ, ਸਾਡਾ ਨਹੀਂ ਹੋ ਰਿਹਾ। ਅਸੀਂ ਫਸਟਲੀ ਯੂ ਸ਼ੁਡ ਸਟਾਪ ਕੰਪੇਅਰਿੰਗ ਯੋਰਸੈਲਫ ਵਿਦ ਅਦਰ ਇੰਡੀਵਿਜੂਅਲ, ਹੈ ਨਾ। ਅਤੇ ਨਾਲ ਜੇ ਤੁਹਾਨੂੰ ਕੋਈ ਕਹਿੰਦਾ ਕਿ ਤੁਸੀਂ ਇੰਨੇ ਟਾਈਮ ਪੀਰੀਅਡ 'ਚ weight ਰਿਡਿਊਸ ਕਰ ਲਓਗੇ ਨਾ, ਤੁਸੀਂ ਭਾਵੇਂ ਕਰ ਲਓ, ਤੁਸੀਂ ਨੈਕਸਟ ਡੇਜ਼ ਤੋਂ ਬਾਅਦ ਉਸ ਤੋਂ ਡਬਲ weight ਗੇਨ ਕਰ ਲਓਗੇ, ਤੇ ਉਹਦਾ ਕੀ ਫਾਇਦਾ? ਜੇ ਤੁਸੀਂ ਆਪਣੇ ਕਿਸੇ ਸਪੈਸ਼ਲ ਓਕੇਜ਼ਨ ਵਾਸਤੇ ਆਪਣੇ ਪਤਲਾ ਕਰਨਾ ਚਾਹੁੰਦੇ ਹੋ, ਉਸ ਦਾ ਕੀ ਫਾਇਦਾ ਕਿ ਉਸ ਤੋਂ ਨੈਕਸਟ ਡੇਜ਼ ਤੁਹਾਨੂੰ ਤੁਹਾਡੀ ਆਪਣੀ ਡਰੈਸਿਸ ਸਟਿਚ ਪੂਰੀਆਂ ਨਾ ਆਉਣ ਜੀ, ਕਿਉਂਕਿ ਬਲੋਟਿੰਗ ਹੋਣੀ ਸ਼ੁਰੂ ਹੋ ਜਾਏਗੀ, ਹੈ ਨਾ। ਤੁਸੀਂ weight ਐਕਸਟਰਾ ਗੇਨ ਕਰੋਗੇ, ਬਿਕੋਜ਼ ਤੁਸੀਂ ਉਹ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਕੁਝ ਖਾਣਾ ਪੀਣਾ ਛੱਡੋਗੇ। ਹੁਣ ਲੋਕ ਕੀ ਕਰਦੇ ਨੇ weight ਰਿਡਿਊਸ ਕਰਨ ਵਾਸਤੇ, ਵੀਟ ਛੱਡ ਦਿੰਦੇ, ਸਭ ਤੋਂ ਬੇਸਿਕ ਰੀਜ਼ਨ ਵੀਟ ਛੱਡ ਦਿੰਦੇ ਨੇ। ਤੁਸੀਂ ਕਿੰਨੀ ਦੇਰ ਤੱਕ ਵੀਟ ਛੱਡ ਦੋਗੇ? ਉਹ ਤੁਹਾਡਾ ਬੇਸਿਕ ਹੈ, ਟੈਂਪਰੇਰੀ ਹੈ ਨਾ, ਤੁਸੀਂ ਉਹਨੂੰ ਜ਼ਿਆਦਾ ਦੇਰ ਤੱਕ ਨਹੀਂ ਛੱਡ ਸਕਦੇ। ਜੋ ਤੁਸੀਂ ਖਾਣਾ ਸ਼ੁਰੂ ਕਰਦੇ ਹੋ ਤੇ ਤੁਹਾਨੂੰ ਗਲੂਟਨ ਪ੍ਰੋਬਲਮ ਹੋ ਜਾਂਦੀ ਹੈ ਜੀ। ਅੱਜ ਕੱਲ੍ਹ ਬੱਚਿਆਂ ਨੂੰ ਲੈਕਟੋਜ਼ ਪ੍ਰੋਬਲਮ ਆ ਰਹੀ ਹੈ ਜਸਟ ਬਿਕੋਜ਼ ਆਫ ਦ ਰੀਜ਼ਨ ਕਿ ਜੋ ਇੱਕ ਪ੍ਰੈਗਨੈਂਟ ਲੇਡੀ ਹੁੰਦੀ ਹੈ, ਵਟ ਐਵਰ ਸ਼ੀ ਈਟ, ਉਹ ਬੱਚਾ ਆਸਾਨੀ ਨਾਲ ਡਾਈਜੈਸਟ ਕਰ ਸਕਦਾ ਹੈ। ਅਗਰ ਉਹ ਜੋ ਚੀਜ਼ਾਂ ਉਹ ਖਾ ਰਹੀ ਹੈ, ਨਹੀਂ ਖਾ ਰਹੀ, ਜੋ ਚੀਜ਼ਾਂ ਉਹ ਖਾਣੀਆਂ ਛੱਡ ਦੇਗੀ, ਉਹ ਉਸ ਬੱਚੇ ਨੂੰ ਵੀ ਡਾਈਜੈਸਟ ਨਹੀਂ ਹੋਣਗੀਆਂ। ਜੇ ਬੱਚਿਆਂ ਨੂੰ ਲੈਕਟੋਜ਼ ਪ੍ਰੋਬਲਮ ਆ ਰਹੀ ਹੈ ਜਸਟ ਬਿਕੋਜ਼ ਆਫ ਦ ਰੀਜ਼ਨ ਕਿ ਪ੍ਰੈਗਨੈਂਸੀ 'ਚ ਮਦਰ ਦੁੱਧ ਨਹੀਂ ਪੀ ਰਹੀ ਸੀਗੀ ਜੀ। ਇਹ ਸਭ ਕੁਝ ਇੰਟਰ ਰਿਲੇਟਿਡ ਹੁੰਦਾ। ਹੁਣ ਜੇ ਕਿਹਾ ਜਾਏ ਕਿ ਕਹਿੰਦੇ ਨੇ ਕਿ ਜੀ ਸਾਨੂੰ ਥਾਇਰਾਇਡ ਹੋ ਗਿਆ, ਸਾਨੂੰ ਡਾਇਬਟਿਕ ਹੋ ਗਈ, ਤੇ ਫੈਮਿਲੀ ਹਿਸਟਰੀ 'ਚ ਕਿਸੇ ਨੂੰ ਹੁੰਦਾ ਨਹੀਂ ਹੈ। ਦੈਟ ਇਜ਼ ਜਸਟ ਬਿਕੋਜ਼ ਆਫ ਦ ਰੀਜ਼ਨ ਸਟ੍ਰੈਸ ਲੈਵਲ, ਲਾਈਫਸਟਾਈਲ। ਹਾਂਜੀ, ਲਾਈਫਸਟਾਈਲ ਹੈ, ਸਾਨੂੰ ਸਟ੍ਰੈਸ ਬਹੁਤ ਹੈਗਾ। ਅਸੀਂ ਜੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰ ਰਹੇ ਹੋ, ਤੁਹਾਡਾ ਓਬਵੀਅਸਲੀ ਗੱਲ ਸਟ੍ਰੈਸ ਲੈਵਲ ਜ਼ਿਆਦਾ ਹੋਏਗਾ। ਜੇ ਉਸ ਦੇ ਨਾਲ ਤੁਸੀਂ ਜੇ ਡਾਈਟ ਪ੍ਰੋਪਰਲੀ ਲਓਗੇ, ਤੁਹਾਡਾ ਆਪਣੇ ਆਪ ਜਿਹੜਾ ਸਟ੍ਰੈਸ ਲੈਵਲ ਹੁੰਦਾ ਨਾ, ਘੱਟ ਹੋਣਾ ਸ਼ੁਰੂ ਹੋ ਜਾਂਦਾ। ਸਭ ਕੁਝ ਡਾਈਟ ਦੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਡਾਈਟ ਲੈ ਰਹੇ ਹੋ। ਹੁਣ ਜੇ ਤੁਸੀਂ ਡਾਈਟ ਕਰਦੇ ਹੋ, ਡਾਈਟਿੰਗ ਕਰਦੇ ਹੋ, ਜਿਹੜਾ ਟਿਪੀਕਲ ਵਰਡ ਜਿਹੜਾ ਹੁੰਦਾ ਡਾਈਟਿੰਗ ਜੀ, ਖਾਣਾ ਪੀਣਾ ਛੱਡਣਾ, ਇਹਨੂੰ ਡਾਈਟਿੰਗ ਕਹਿੰਦੇ ਨਾ, ਲੋਕਾਂ ਦੇ ਕੰਸੈਪਟ ਹੈਗਾ ਮਾਈਂਡ 'ਚ। ਜੇ ਤੁਸੀਂ ਖਾਣਾ ਪੀਣਾ ਛੱਡ ਕੇ ਤੁਸੀਂ ਕੰਮ ਕਰ ਰਹੇ ਹੋ, ਤੇ ਉਸ ਤੋਂ ਬਾਅਦ ਤੁਹਾਡਾ ਧਿਆਨ ਤੇ ਉੱਥੇ ਹੀ ਰਹੇਗਾ ਨਾ, ਹੈ ਨਾ। ਆਈ ਐਮ ਹੰਗਰੀ, ਆਈ ਸ਼ੁਡ ਹੈਵ ਸਮਥਿੰਗ, ਇਹ ਲੋਕਾਂ ਦੇ ਮਾਈਂਡ 'ਚ ਹੁੰਦਾ ਕਿ ਸਾਨੂੰ ਕੁਝ ਖਾਣਾ ਹੈ। ਨਾ ਤੁਸੀਂ ਆਪਣੇ ਕੰਮ ਵੱਲ ਧਿਆਨ ਲਗਾ ਪਾਓਗੇ, ਨਾ ਤੁਹਾਡਾ ਉਹ ਪਰਪਸ ਪੂਰਾ ਹੋਏਗਾ। ਤੇ ਇਸ ਤੋਂ ਬੈਟਰ ਹੈ ਕਿ ਵਿੱਚ ਦਾ ਰਸਤਾ ਲਓ, ਟੇਕ ਯੂਰ ਪ੍ਰੋਪਰ ਮੀਲਸ ਐਂਡ ਕੰਸਨਟ੍ਰੇਸ਼ਨ, ਆਪਣੇ ਕੰਮ 'ਤੇ ਵੀ ਪੂਰਾ ਕੰਸਨਟ੍ਰੇਟ ਕਰੋ। ਤੇ ਉਹਦੇ ਨਾਲ ਸਭ ਚੀਜ਼ਾਂ ਬੈਲੈਂਸ ਆਊਟ ਰਹਿਣਗੀਆਂ, ਤੇ ਸਟ੍ਰੈਸ ਕਿਤੇ ਚਲਾ ਜਾਏਗਾ। ਦੈਟ ਵੋਂਟ ਬੀ ਕਮ ਟੂ ਯੂ ਅਗੇਨ ਜੀ। ਹਾਂਜੀ, ਗਲੂਟਨ ਦੀ ਤੁਸੀਂ ਗੱਲ ਕੀਤੀ, ਮੈਂ ਪੜ੍ਹਿਆ ਸੁਣਿਆ ਵੀ ਕਿ ਗਲੂਟਨ ਫ੍ਰੀ ਪ੍ਰੋਡਕਟਸ ਜਿਹੜੇ ਹੁੰਦੇ ਆ ਉਹ ਕਾਫੀ ਫੇਮਸ ਨੇ, ਤੇ ਉਹ ਕਾਫੀ ਹੈਲਪ ਕਰਦੇ ਨੇ ਇਸ ਡਾਈਟਿੰਗ ਪ੍ਰੋਸੈਸ ਦੇ ਵਿੱਚ। ਗਲੂਟਨ 'ਚ ਨਾ ਸਾਨੂੰ ਸਾਡੀ ਬੋਡੀ ਨੂੰ ਜ਼ਿਆਦਾ ਕੈਲਰੀਜ਼ ਨਹੀਂ ਆਉਂਦੀਆਂ, ਹੈ ਨਾ, ਕਾਰਬਸ ਉਹ 'ਚ ਘੱਟ ਹੁੰਦੇ ਨੇ। ਤੇ ਲੇਕਿਨ ਜੇ ਉਹਦਾ ਬੈਸਟ ਵੇ ਆਊਟ ਤੁਸੀਂ ਜਾਣਦੇ ਹੋ, ਤੇ ਉਹਦਾ ਸਭ ਤੋਂ ਬੈਸਟ ਵੇ ਆਊਟ ਹੈਗਾ ਗੋ ਫॉर ਅਮਰਾਂਥ। ਲੋਕੀ ਉਹਨੂੰ ਰਾਜਗੀਰੀ ਕਹਿ ਕੇ ਬੋਲਦੇ ਨੇ। ਉਹ ਇੱਕ ਨੈਚੁਰਲ ਵੀਟ ਹੈ ਜਿਹਦੇ ਵਿੱਚ ਉਹ ਗਲੂਟਨ ਫ੍ਰੀ ਹੁੰਦੀ ਹੈ, ਉਹ 'ਚ ਗਲੂਟਨ ਨਹੀਂ ਹੁੰਦਾ। ਜੇ ਤੁਸੀਂ ਤੁਹਾਨੂੰ ਐਗਜ਼ੈਕਟਲੀ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਕਿ ਤੁਸੀਂ ਅਨਾਜ ਨੂੰ ਡਾਈਜੈਸਟ ਨਹੀਂ ਕਰ ਪਾ ਰਹੇ, ਯੂ ਕੈਨ ਗੋ ਫॉर ਦੈਟ। ਹੁਣ ਜੇ ਤੁਸੀਂ ਅਸੀਂ ਕਹਿੰਦੇ ਹਾਂ ਇਸ ਚੀਜ਼ ਨੂੰ ਕਿ ਆਪਾਂ ਡਾਈਟ ਕਰਨੀ ਹੈ, ਅਤੇ ਡਾਈਟ ਦੇ ਵਿੱਚ ਤੁਸੀਂ ਮਸਟਰਡ ਆਇਲ ਛੱਡ ਦਿੱਤਾ, ਤੁਸੀਂ ਓਲੀਵ ਆਇਲ ਵਾਸਤੇ ਚਲੇ ਗਏ, ਤੁਸੀਂ ਕੋਕੋਨਟ ਆਇਲ ਵਾਸਤੇ ਚਲੇ ਗਏ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਤੁਸੀਂ ਇੱਕ ਜੋ ਪ੍ਰੈਗਨੈਂਸੀ 'ਚ ਮਦਰ ਜੋ ਖਾਂਦੀ ਹੈ, ਬੱਚਾ ਉਹ ਡਾਈਜੈਸਟ ਕਰ ਸਕਦਾ, ਅੱਛੀ ਤਰ੍ਹਾਂ ਡਾਈਜੈਸਟ ਕਰ ਸਕਦਾ। ਹੁਣ ਅਸੀਂ ਮਸਟਰਡ ਆਇਲ ਖਾ ਕੇ ਪਲੇ ਹੋ ਜਾਏ, ਹੈ ਨਾ, ਤੇ ਉਹਨੂੰ ਮਸਟਰਡ ਆਇਲ ਛੱਡ ਕੇ ਜੇ ਓਲੀਵ ਆਇਲ ਪਾਸੇ ਚਲੇ ਜਾਗੇ, ਕਿੰਨੀ ਕੁ ਦੇਰ ਉਹਨੂੰ ਪਚਾ ਲਾਂਗੇ? ਡਾਈਜੈਸਟ ਹੀ ਨਹੀਂ ਹੋਏਗਾ। ਫਿਰ ਅਸੀਂ ਬਾਅਦ 'ਚੋਂ ਕਹਾਂਗੇ ਨਹੀਂ ਜੀ ਸਾਨੂੰ ਡਾਈਜੈਸ਼ਨ ਪ੍ਰੋਬਲਮ ਹੋ ਗਈ। तो एक चीज़ नाल एक चीज़ प्रॉब्लमैटिक आई तो उस तो बाद सब चीज़ां उस नाल ही कैरी ऑन हो जाएंगी। अच्छा मैम, ये जो फैंसी प्रोडक्ट्स हैं डाइटिंग ਦੇ ਵਿੱਚ ਨਾ ਇਹਦਾ ਕਾਫੀ ਚੱਲਣ ਹੈ।
ਇਹ ਗਲੂਟਨ ਫ੍ਰੀ ਆ, ਇੱਕ ਤੁਸੀਂ ਹੋਰ ਕਿਸੇ ਚੀਜ਼ ਦੀ ਮਿਲਟਸ ਦੀ ਗੱਲ ਹੋਈ ਆ, ਇਹ ਸਭ ਚੀਜ਼ਾਂ ਨੇ। ਐਵੋਕੈਡੋ ਅਸੀਂ ਆਪਣੇ ਟਾਈਮ 'ਚ ਸੁਣਿਆ ਵੀ ਨਹੀਂ ਸੀਗਾ, ਤੇ ਮਹਿੰਗੇ ਵੀ ਬਹੁਤ ਹੁੰਦੇ ਨੇ। ਇਹਨਾਂ ਤੋਂ ਇਲਾਵਾ ਅਸੀਂ ਕਰ ਸਕਦੇ ਹਾਂ ਜੀ ਡਾਈਟਿੰਗ? ਹਾਂਜੀ ਸਰ ਮੈਮ, ਤੁਸੀਂ ਜ਼ਰੂਰ ਕਰ ਸਕਦੇ ਹੋ। ਕੋਈ ਵੀ ਤੁਸੀਂ ਜੋ ਚੀਜ਼ਾਂ ਤੁਹਾਡੇ ਈਜ਼ੀਲੀ ਅਵੇਲੇਬਲ ਨੇ, ਜੋ ਸਾਡੇ ਅਰਾਊਂਡ ਗਰੋ ਕਰਦੀਆਂ ਨੇ ਨਾ, ਜੋ ਸੀਜ਼ਨਲ ਹੈ, ਤੁਸੀਂ ਉਹਨਾਂ ਨੂੰ ਖਾਓ, ਤੁਸੀਂ ਕਦੀ ਵੇਟ ਗੇਨ ਕਰੋਗੇ ਹੀ ਨਹੀਂ। ਹੁਣ ਲੋਕੀ ਕਹਿੰਦੇ ਨੇ ਅੰਬ ਸਾਨੂੰ ਮੋਟਾਪਾ ਕਰਦਾ, ਬਾਅਦ ਦਿਨ 'ਚ 3 ਵਾਰੀ ਖਾਓਗੇ, 4 ਵਾਰੀ ਖਾਓਗੇ, ਜਾਂ ਤੁਸੀਂ ਰੋਜ਼ ਹੀ ਅੰਬ ਖਾਣ ਬਹਿ ਜਾਓਗੇ ਤਾਂ ਮੋਟਾਪਾ ਤਾਂ ਕਰੇਗਾ ਹੀ। ਟੇਕ ਐਵਰੀਥਿੰਗ ਬਟ ਇਨ ਮੋਡਰੇਸ਼ਨ। ਮੋਡਰੇਸ਼ਨ ਇਜ਼ ਵੈਰੀ ਇੰਪੋਰਟੈਂਟ ਇਨ ਐਵਰੀ ਕਾਈਂਡ ਆਫ ਲਾਈਫ ਸਟਾਈਲ। ਤੁਸੀਂ ਜੋ ਚੀਜ਼ ਖਾਣੀ ਹੈ ਤੁਸੀਂ ਮੋਡਰੇਸ਼ਨ 'ਚ ਖਾਓ। ਜੇ ਤੁਸੀਂ ਕਿਤੇ ਪਾਰਟੀ 'ਚ ਵੀ ਜਾ ਰਹੇ ਹੋ ਨਾ, ਯੂ ਕੈਨ ਹੈਵ ਐਨੀਥਿੰਗ, ਯੂ ਕੈਨ ਇੰਜੋਏ ਯਰ ਪਾਰਟੀ ਔਰ ਫੁਲਨੈਸ, ਬਟ ਟੇਕ ਅ ਪੋਰਸ਼ਨ। ਇੱਕ ਪੋਰਸ਼ਨ ਲਓ, ਟਰਾਈ ਐਵਰੀਥਿੰਗ ਬਟ ਇਨ ਪੋਰਸ਼ਨ, ਤਾਂ ਕਿ ਕਿਸੇ ਨੂੰ ਲੱਗੇ ਵੀ ਨਾ ਤੁਸੀਂ ਡਾਈਟ ਕਰ ਰਹੇ ਹੋ। So dieting is all about moderation. It's all about moderation. It's not like that ਕਿ ਤੁਹਾਨੂੰ ਆਪਣਾ ਖਾਣਾ ਪੀਣਾ ਛੱਡਣਾ, ਤੁਹਾਨੂੰ ਆਪਣਾ ਆਪਣੇ ਸ਼ੌਂਕ ਨੂੰ ਮਾਰਨਾ ਹੈ। ਕਿਉਂਕਿ ਸਭ ਲੋਕ, ਬਹੁਤ ਲੋਕ ਫੂਡੀ ਹੁੰਦੇ ਨੇ ਜੀ, ਜੋ ਹੁਣ ਸਾਡੇ ਸਾਹਮਣੇ ਵੀ ਕੁਝ ਜੰਕ ਫੂਡ ਲਿਆ ਕੇ ਰੱਖ ਦਿੱਤਾ ਜਾਏ, ਕ੍ਰੇਵਿੰਗਸ ਹੁੰਦੀਆਂ ਨੇ, ਤੇ ਆਪਣੀ ਕ੍ਰੇਵਿੰਗਸ ਨੂੰ ਮਾਰਨਾ ਨਹੀਂ ਚਾਹੀਦਾ। ਤੁਸੀਂ ਖਾਓ ਬਟ ਮੋਡਰੇਸ਼ਨ 'ਚ ਖਾਓ, ਸੋ ਦੈਟ ਕਿ ਤੁਸੀਂ ਕੱਲ੍ਹ ਨੂੰ ਕਿਤੇ ਜਾ ਰਹੇ ਹੋ, ਤੁਸੀਂ ਉਸ ਚੀਜ਼ ਨੂੰ ਅਡੋਪਟਡ ਹੋਵੋ, ਤੁਹਾਡੇ ਸਟਮਕ ਉਸ ਚੀਜ਼ ਨੂੰ ਲੈ ਕੇ ਅਡੋਪਟਡ ਹੋਏ, ਤੁਹਾਨੂੰ ਉੱਥੇ ਜਾ ਕੇ ਸਟਮਕ ਇਨਫੈਕਸ਼ਨਸ ਨਾ ਹੋਣ, ਇਹ ਸਭ ਚੀਜ਼ਾਂ ਨਾ ਆਉਣ। ਇਨਫਰਟੀਲਿਟੀ ਤੇ ਇੰਪੋਟੈਂਸੀ ਕਾਫੀ ਹੈ ਅੱਜ ਕੱਲ੍ਹ, ਨਿਊਟ੍ਰੀਸ਼ਨ ਸਪੋਰਟ ਕਰਦੀ ਹੈ? ਐਗਜ਼ੈਕਟਲੀ ਕਰਦੀ ਹੈ। ਹਰਬਸ ਐਂਡ ਸਪਾਈਸਿਸ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ। ਹਰਬਸ ਐਂਡ ਸਪਾਈਸਿਸ ਆਰ ਲਾਈਕ ਕਿ ਉਹਨਾਂ 'ਚ ਸਭ ਨਿਊਟ੍ਰੀਐਂਟਸ ਅਵੇਲੇਬਲ ਹੁੰਦੇ ਨੇ, ਆਲ ਨਿਊਟ੍ਰੀਐਂਟਸ ਆਰ ਦੇਅਰ ਇਨ ਦੈਮ। ਅਤੇ ਇਹਦੇ ਨਾਲ ਕੀ ਹੁੰਦਾ, ਜਦੋਂ ਅਸੀਂ ਇਸ ਚੀਜ਼ ਨੂੰ ਆਪਣੀ ਲਾਈਫ 'ਚ ਇਨਕਲੂਡ ਕੀਤਾ ਨਾ, ਇਨਕਲਕੇਟ ਕੀਤਾ, ਅਤੇ ਸਾਡੀ ਕਿੰਨੀ ਜਿਹੜੀ ਡੈਫੀਸ਼ੀਐਂਸੀਜ਼ ਹੁੰਦੀਆਂ ਨੇ ਉਹ ਓਵਰਕਮ ਹੋ ਜਾਂਦੀਆਂ ਨੇ। ਸਾਡੀ ਕਾਫੀ ਕਲਾਇੰਟਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਆ ਰਹੀ ਸੀ ਫਰੋਮ ਸੋ ਲੌਂਗ, ਐਂਡ ਦੇ ਆਰ ਟੇਕਿੰਗ ਦ ਡਾਈਟ ਐਂਡ ਦੇ ਆਰ ਨਾਓ ਕਨਸੀਵਡ। One of our director is also facing the same issue and she is pregnant now. She is delivered a baby. So it plays a vital role. Plays a vital role. Intermittent fasting ਨਾਲ ਮੈਂ ਦੇਖਿਆ ਕਾਫੀ ਸਿਲੈਬਸ ਨੇ ਕਾਫੀ weight lose ਕੀਤਾ ਹੈ, ਤੇ ਉਹ ਰਿਕਵਰ ਵੀ ਨਹੀਂ ਹੋਇਆ ਉਹਨਾਂ ਦਾ weight ਕਾਫੀ ਟਾਈਮ ਤੋਂ। ਮੈਮ ਹੁਣ ਇਸ ਚੀਜ਼ ਨੂੰ ਤੇ ਅਸੀਂ ਰਿਲੇਟ ਕਰ ਸਕਦੇ ਹਾਂ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਹੈਲਥ ਇਸ਼ੂਜ਼ ਵੇਖੇ ਜਾਣ ਤੇ ਸੈਲੀਬ੍ਰਿਟੀਜ਼ ਨੂੰ ਹੀ ਹੁੰਦੇ ਨੇ ਜੀ, ਹੈ ਨਾ। ਅਸੀਂ ਕਾਫੀ ਚੀਜ਼ਾਂ ਨੋਟਿਸ ਕੀਤੀਆਂ। ਰੀਸੈਂਟਲੀ ਸਾਡੇ ਕ੍ਰਿਕਟਰ ਨੇ, ਹੀ ਵੈਂਟ ਆਫ ਜਸਟ ਬਿਕੋਜ਼ ਆਫ ਦ ਰੀਜ਼ਨ ਹੀ ਵਾਜ਼ ਔਨ ਲਿਕੁਇਡ ਡਾਈਟ। ਓਕੇ, ਯਾ ਹੀ ਵੈਂਟ ਆਫ ਜਸਟ ਬਿਕੋਜ਼ ਆਫ ਦ ਲਿਕੁਇਡ ਡਾਈਟ। ਹੀ ਵਾਜ਼ ਔਨ ਲਿਕੁਇਡ ਡਾਈਟ ਫਰੋਮ ਲਾਸਟ 14 days। ਉਹਨਾਂ ਦਾ ਦੱਸ ਰਹੇ ਸੀ ਕਿ ਉਹ ਨਾ ਹਰ ਥੋੜ੍ਹੇ ਸਪੈਨ ਬਾਅਦ ਹੀ ਯੂਜ਼ ਟੂ ਗੇਨ ਵੇਟ ਐਂਡ ਦੈਨ ਹੀ ਲੂਜ਼ ਵੇਟ। ਅਤੇ ਉਹ ਲਿਕੁਇਡ ਡਾਈਟ ਹੁੰਦੀ ਹੈ, ਡਾਕਟਰਸ ਪ੍ਰਿਸਕ੍ਰਾਈਬ ਕਰਦੇ ਨੇ ਬੇਸਿਕਲੀ, ਹੈ ਨਾ। ਜਦੋਂ ਕਿਸੇ ਦੀ ਕੋਈ ਸਰਜਰੀ ਹੈ ਜਾਂ ਉਸ ਟਾਈਮ 'ਤੇ ਤੁਹਾਨੂੰ ਬੋਡੀ ਨੂੰ ਪੂਰਾ ਇਵੈਕੂਏਟ ਕਰਨਾ, ਤੁਹਾਡੀ ਬੋਡੀ, ਤੁਹਾਨੂੰ ਸਟਮਕ ਬਿਲਕੁਲ ਐਮਟੀ ਚਾਹੀਦਾ, ਦੈਨ ਦੇ ਯੂਜ਼ ਟੂ ਆਸਕ ਫॉर दैट। ਅਨਲੈਸ ਦੈਟ ਡਾਈਟੀਸ਼ੀਅਨਸ ਆਲਸੋ ਗਿਵ ਯੂ ਫॉर ਲਿਕੁਇਡ ਡਾਈਟ, ਬਟ ਅੰਡਰ ਦ ਕੰਡੀਸ਼ਨ ਤੁਹਾਨੂੰ ਸਾਰੇ ਨਿਊਟਰੀਐਂਟਸ ਮਿਲਣੇ ਚਾਹੀਦੇ ਨੇ। ਉਹਦੀ ਸਿਚੁਏਸ਼ਨ ਇਹ ਹੁੰਦੀ ਹੈ ਕਿ ਜਦੋਂ ਕਿਸੇ ਦਾ ਵੇਟ ਇੱਕ ਲੈਵਲ 'ਤੇ ਆ ਕੇ ਸਟੈਗਨੇਟ ਹੋ ਜਾਂਦਾ ਹੈ, ਇਟਸ ਕਾਮਨ ਵਿਦ ਐਵਰੀ ਇੰਡੀਵਿਜੂਅਲ। ਜਦੋਂ ਤੁਸੀਂ ਵੇਟ ਲਾਸ ਜਰਨੀ 'ਚ ਹੋਵੋਗੇ, ਇੱਕ ਟਾਈਮ 'ਤੇ ਆ ਕੇ ਤੁਹਾਡਾ ਵੇਟ ਸਟੈਗਨੇਟ ਹੋ ਜਾਏਗਾ, ਉਸ ਤੋਂ ਥੱਲੇ ਨਹੀਂ ਜਾਏਗਾ। ਤਾਂ ਕਰਕੇ ਅਸੀਂ ਉਹਨੂੰ ਲਿਕੁਇਡ ਡਾਈਟ ਦੇ ਸਕਦੇ ਹਾਂ, ਕਿਉਂਕਿ ਉਹਦੇ ਨਾਲ ਕੀ ਹੁੰਦਾ, ਤੁਸੀਂ ਓਬਵੀਅਸਲੀ ਗੱਲ ਹੈ ਵੀ ਯੂ ਆਰ ਨਾਟ ਟੇਕਿੰਗ ਕੈਲੋਰੀਜ਼, ਦੈਨ ਯੂ ਡੈਫੀਨੇਟਲੀ ਲੂਜ਼ ਵੇਟ, ਹੈ ਨਾ। ਬਟ ਦੈਟ ਆਲਸੋ ਫॉर 2 days ਓਨਲੀ, ਨਾਟ ਮੋਰ ਦੈਨ ਦੈਟ। ਨੈਚੁਰਲੀ ਕਿਵੇਂ ਮੈਟਾਬੋਲਿਜ਼ਮ ਇੰਪਰੂਵ ਕਰ ਸਕਦੇ ਹਾਂ ਅਸੀਂ? ਯੂ ਕੈਨ ਹੈਵ ਗੁੱਡ ਅਮਾਊਂਟ ਆਫ ਵਾਟਰ। ਅਰਲੀ ਮਾਰਨਿੰਗ ਤੁਸੀਂ ਜੇ ਅੱਛੇ ਅਮਾਊਂਟ 'ਚ ਪਾਣੀ ਲੈ ਰਹੇ ਹੋ, ਗਰਮ ਪਾਣੀ ਲੈ ਰਹੇ ਹੋ, ਨੋਰਮਲ ਪਾਣੀ ਲੈ ਰਹੇ ਹੋ, ਇਟ ਓਨਲੀ ਡਿਪੈਂਡਸ ਅਪੋਨ ਯੂ, ਤੁਹਾਡੀ ਚੋਇਸ ਹੋਣੀ ਚਾਹੀਦੀ ਹੈ। ਉਹਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਇੰਪਰੂਵ ਹੁੰਦਾ। ਅਤੇ ਤੁਸੀਂ ਜੇ ਪਾਣੀ 'ਚ ਥੋੜ੍ਹਾ ਜਿਹਾ ਨਿੰਬੂ ਪਾ ਲਿੱਤਾ, ਤਾਂ ਉਹਦੇ ਨਾਲ ਵੀ ਤੁਹਾਡਾ ਮੈਟਾਬੋਲਿਜ਼ਮ, ਦੀਜ਼ ਆਰ ਦ ਨੈਚੁਰਲ ਥਿੰਗਸ ਜਿਹਦੇ ਨਾਲ ਮੈਟਾਬੋਲਿਜ਼ਮ ਇੰਪਰੂਵ ਹੁੰਦਾ। ਵਾਟ ਵੀ ਯੂਜ਼ ਟੂ ਸਜੈਸਟ ਕਿ ਤੁਸੀਂ ਜ਼ੀਰਾ ਲਓ, ਤੁਸੀਂ ਸਿਨੇਮਮ ਲਓ, ਦਾਲਚੀਨੀ, ਦੇ ਆਰ ਗੋਇੰਗ ਟੂ ਇੰਪਰੂਵ ਯਰ ਮੈਟਾਬੋਲਿਜ਼ਮ, ਜਿਹਦੇ ਨਾਲ ਤੁਹਾਡਾ ਵੇਟ ਵੀ ਬਹੁਤ ਜਲਦੀ ਰਿਡਿਊਸ ਕਰੇਗਾ। ਬਿਕੋਜ਼ ਵਾਟ ਦੀ ਸਪਾਈਸਿਸ ਯੂਜ਼ ਟੂ ਡੂ, ਇਹਨਾਂ 'ਚ ਨਾ ਵਾਰਮਥ ਹੁੰਦੀ ਹੈ, ਜਿਹਦੀ ਵਜ੍ਹਾ ਨਾਲ ਸਾਡੀ ਬੋਡੀ 'ਚ ਜੋ ਬਲਜ ਹੁੰਦਾ ਨਾ, ਉਹ ਬੋਡੀ 'ਚ ਇਵੈਕੂਏਟ ਹੋ ਜਾਂਦਾ। ਕਿ ਵੀ ਹੈਵ ਟੂ ਗੋ ਫॉर ਵਾਸ਼, ਕਿ ਪੂ ਫॉर ਫ੍ਰੀਕੁਐਂਟਲੀ, ਤੁਹਾਨੂੰ ਬਾਰ ਬਾਰ ਲੱਗੇਗਾ ਤੁਹਾਡਾ ਪ੍ਰੈਸ਼ਰ ਬਣ ਗਿਆ, ਦੈਟ ਕਾਈਂਡ ਆਫ ਸਟਫ ਯੂ ਕਾਈਂਡ ਮੈਂ ਫੇਸ, ਲੇਕਿਨ ਉਹ ਬੋਡੀ 'ਚੋਂ ਨਿਕਲ ਜਾਂਦਾ। ਫਿਰ ਜੋ ਚੀਜ਼ ਨਿਕਲ ਗਈ ਉਹ ਵਾਪਸ ਕਿੱਦਾਂ ਆਏਗੀ ਜੀ। ਦਿਸ ਇਜ਼ ਦ ਓਨਲੀ ਕੰਸੈਪਟ ਕਿ ਜਿਹਦੀ ਵਜ੍ਹਾ ਨਾਲ ਤੁਸੀਂ ਘਰ ਬੈਠ ਕੇ ਕੋਈ ਜਾਦੂ ਨਹੀਂ ਹੈ, ਹਾਂ, ਇਟਸ ਅ ਸਾਇੰਸ, ਇਟਸ ਮੈਜਿਕ ਹੈ ਕਿ ਤੁਸੀਂ ਹਰਬਸ ਐਂਡ ਸਪਾਈਸਿਸ ਨੂੰ ਇੰਟਰੋਡਿਊਸ ਕਰੋ, ਦੈਨ ਸੀ ਦ ਮੈਜਿਕ ਵਾਟ ਇਟ ਡਜ਼ ਟੂ ਯਰ ਬੋਡੀ, ਹੈ ਨਾ। ਹੁਣ ਜੇ ਕੋਈ ਬੈੱਡ 'ਤੇ ਵੀ ਬੈਠਾ, ਹੀ ਕੈਨ ਡੂ ਐਕਸਰਸਾਈਜ਼ ਔਰ ਸਮਥਿੰਗ, ਜਿਸ ਤਰ੍ਹਾਂ ਕਈ ਅੱਜ ਕੱਲ੍ਹ ਲੇਡੀਜ਼ ਨੂੰ ਪ੍ਰੋਬਲਮਸ ਆਉਂਦੀਆਂ ਬਹੁਤ ਜ਼ਿਆਦਾ, ਕਈਆਂ ਨੂੰ ਨੀ ਪ੍ਰੋਬਲਮ ਹੈ, ਵੱਡੀ ਏਜ 'ਚ ਆ ਕੇ ਕਿਸੇ ਨੂੰ ਵੀ ਆ ਸਕਦੀਆਂ ਨੇ। ਉਹ ਬੈੱਡ 'ਤੇ ਬੈਠ ਕੇ ਵੀ ਆਪਣਾ ਵੇਟ ਰਿਡਿਊਸ ਕਰ ਸਕਦੇ, ਦੇ ਕੈਨ ਗੋ ਫॉर ਐਕਸਰਸਾਈਜ਼ ਔਰ ਕਾਈਂਡ ਆਫ ਸਟਫ ਨਾ, ਅਤੇ ਲੇਕਿਨ ਟਾਈਮ ਲੱਗਦਾ, ਬਟ ਦੇ ਕੈਨ ਆਲਸੋ ਰਿਡਿਊਸ ਦ ਵੇਟ। ਇਹ ਜਿਹੜੇ ਅੱਜ ਕੱਲ੍ਹ ਸੈਲਫ ਆਥੋਰਾਈਜ਼ਡ, ਜੇ ਅਸੀਂ ਕਹੀਏ ਸੈਲਫ ਆਥੋਰਾਈਜ਼ਡ ਡਾਈਟੀਸ਼ੀਅਨ ਨੇ, ਜਿਹੜੇ ਗੂਗਲ ਤੋਂ ਦੇਖ ਕੇ ਪਰਟੀਕੂਲਰ ਡਾਈਟ ਆ ਫੋਲੋ ਕਰਦੇ ਆ, ਤਾਂ ਫੋਲੋ ਕਰਵਾ ਵੀ ਦਿੰਦੇ ਨੇ, ਅਤੇ ਇਹ ਕਿੰਨਾ ਕੁ ਹਾਨੀਕਾਰਕ ਆ? ਮੈਮ ਇਸ ਚੀਜ਼ ਲਈ ਹੈ ਕਿ ਆਥੋਰਾਈਜੇਸ਼ਨ ਤਾਂ ਬਹੁਤ ਜ਼ਰੂਰੀ ਹੈਗੀ ਹੈ, ਬਿਕੋਜ਼ ਕਿ ਹੁਣ ਇਫ ਯੂ ਸੇ ਵੈਨ ਆਈ ਟੁਕ ਦ ਫਰੈਂਚਾਈਜ਼ੀ, ਮੈਂ ਉਸ ਤੋਂ ਪਹਿਲੇ ਵਾਟ ਆਈ ਹੈਵ ਰੈਡ
I have experimented each and everything on my own self. I have tried all the spices, all the herbs for my own self, so that I get authentic results of it. Though I was qualified in the same stream, but then also I want to try कि ये नवी चीज़ है, even I should know it. कि मैं देखा तो सी अपने ਵੱਡੇ ਬਜ਼ੁਰਗਾਂ ਨੂੰ ਇਹ ਚੀਜ਼ਾਂ ਕਰਦੇ ਹੋਏ, ਪਰ ਜਦੋਂ ਤੱਕ ਕੋਈ ਚੀਜ਼ ਤੁਸੀਂ ਆਪਣੇ ਆਪ ਤੇ ਟਰਾਈ ਨਹੀਂ ਨਾ ਕਰਦੇ, ਤੁਸੀਂ ਉਨੇ ਗੁੱਡ ਰਿਜ਼ਲਟਸ ਤੁਹਾਨੂੰ ਪਤਾ ਨਹੀਂ ਹੁੰਦੇ. You won't be that clear to explain things to other. ਹੈ ਨਾ. ਤੇ ਕੁਛ ਹੱਦ ਤੱਕ ਕਿਸੇ ਚੀਜ਼ਾਂ ਠੀਕ ਨੇ, ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ, ਹੈ ਨਾ. ਇਫ ਯੂ ਫਾਈਂਡ ਅ ਗੂਗਲ ਕਿ ਤੁਸੀਂ ਇਹ ਚੀਜ਼ ਹੁਣ ਉਹਦੇ 'ਚ ਦਿੱਤਾ ਜਾਂਦਾ ਕਿ ਤੁਸੀਂ ਜੇ ਪਤਲੇ ਹੋਣਾ 10 ਦਿਨ ਦੇ ਚੈਲੰਜ ਲੈ ਲਓ, 10 ਦਿਨ 'ਚ ਇੰਨਾ ਵੇਟ ਰਿਡਿਊਸ ਹੋ ਜਾਏਗਾ. ਐਟਲੀਸਟ ਸੀ ਟੂ ਇਟ ਕਿ ਉਹ ਤੁਹਾਨੂੰ ਉਸ 10 ਦਿਨ 'ਚ ਕੀ ਖਾਣ ਨੂੰ ਦੇ ਰਹੇ ਨੇ. ਡੋਂਟ ਹਾਰਮ ਯੋਰ ਬੋਡੀ. ਐਕਸਪੈਰੀਮੈਂਟਸ ਕਰਨਾ, ਇਸ ਲੈਵਲ ਦੇ ਐਕਸਪੈਰੀਮੈਂਟਸ ਕਰਨਾ ਇਜ਼ ਵੈਰੀ ਹਾਰਮਫੁਲ. ਅਤੇ ਬਾਅਦ 'ਚੋਂ ਯੂ ਕੋਂਟ ਹੈਵ ਐਨੀਬਡੀ ਕਿ ਤੁਹਾਨੂੰ ਉਹਦੇ ਸਹੀ ਵੇ ਆਊਟਸ ਦੱਸਣ ਕਿ ਤੁਸੀਂ ਉਹਨੂੰ ਓਵਰਕਮ ਹੁਣ ਕਿੱਦਾਂ ਕਰਨਾ. ਤੇ ਬਾਅਦ 'ਚ ਬਲੇਮ ਸਾਰਾ ਚਲਾ ਜਾਂਦਾ ਡਾਈਟੀਸ਼ੀਅਨਸ ਦੇ ਉੱਤੇ. ਆਖਰੀ ਸਵਾਲ ਮੈਮ, ਇੱਕ ਮਿਥ ਜੁੜਿਆ ਹੋਇਆ ਡਾਈਟ ਤੋਂ ਲੈ ਕੇ ਕਿ ਵਨਸ ਔਨ ਡਾਈਟ ਆਲਵੇਜ਼ ਔਨ ਡਾਈਟ, ਇਜ਼ ਇਟ ਟਰੂ? ਨੋ, ਇਟਸ ਨਾਟ ਲਾਈਕ ਦੈਟ. ਇਟਸ ਜਸਟ ਅ ਲਾਈਫ ਸਟਾਈਲ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਮੇਨਟੇਨ ਰੱਖ ਰਹੇ ਹੋ. ਤੁਸੀਂ ਬ੍ਰੇਕਫਾਸਟ ਕਰ ਰਹੇ ਹੋ, ਹੈਵੀ ਟੇਕ ਅ ਗੁੱਡ ਬ੍ਰੇਕਫਾਸਟ, ਟੇਕ ਅ ਨੋਰਮਲ ਲੰਚ ਐਂਡ ਟੇਕ ਅ ਨਾਈਸ ਡਿਨਰ. ਹੁਣ ਜੇ ਤੁਸੀਂ ਡਿਨਰ ਕਹਿ ਰਹੇ ਹੋ ਕਿ ਤੁਸੀਂ ਸਾਡੇ ਵੱਡੇ ਕਰਦੇ ਸੀ, ਲੋਕੀ ਕਹਿੰਦੇ ਨੇ ਕਿ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਖਾ ਪੀ ਲੈਣਾ ਚਾਹੀਦਾ, ਉਸ ਤੋਂ ਬਾਅਦ ਨਹੀਂ ਖਾਣਾ. ਉਹ ਕਰਦੇ ਸੀ ਕਿਉਂਕਿ ਉਹ ਸਵੇਰੇ ਜੇ ਸ਼ਾਮੀ 6 ਵਜੇ ਉਹ ਲੰਚ ਡਿਨਰ ਕਰਦੇ ਸੀ ਤੇ ਉਸ ਤੋਂ ਬਾਅਦ ਉਹ 8-9 ਵਜੇ ਤੱਕ ਸੋ ਜਾਂਦੇ ਸੀ ਤੇ ਸਵੇਰੇ 4 ਵਜੇ ਉੱਠਦੇ ਸੀ. ਅਸੀਂ ਇਹ ਚੀਜ਼ਾਂ ਨਹੀਂ ਕਰ ਰਹੇ, ਹੈ ਨਾ. ਵੀ ਆਰ ਗੋਇੰਗ ਬੈਕ ਟੂ ਹੋਮ ਬਾਈ 9 or 9:30 ਐਂਡ ਦੈਨ ਵੀ ਗੋ ਫॉर ਅ ਡਿਨਰ ਤੇ ਅਸੀਂ 1-1:30 ਵਜੇ ਸੋਵਾਂਗੇ. ਤੇ ਇਟਸ ਨਾਟ ਬੈਡ. ਲੇਕਿਨ ਜੇ ਤੁਸੀਂ ਲਾਈਫ ਸਟਾਈਲ ਚੇਂਜ ਕੀਤਾ, ਉਹਨੂੰ ਪੂਰੀ ਤਰ੍ਹਾਂ ਚੇਂਜ ਕਰ ਲਓ, ਅਡੋਪਟ ਕਰ ਲਓ. ਇਹ ਨਾ ਹੋਣਾ ਇੱਕ ਲੱਤ ਇੱਥੇ ਫਸਾਈ, ਇੱਕ ਲੱਤ ਇੱਥੇ ਫਸਾਈ, ਤੇ ਉਹ ਚੀਜ਼ਾਂ ਵਰਕਆਊਟ ਨਹੀਂ ਕਰਦੀਆਂ ਇੱਦਾਂ. ਜੀ ਅਸੀਂ ਇਸ ਚੀਜ਼ ਨੂੰ ਨਹੀਂ ਕਹਿੰਦੇ. ਤੁਸੀਂ ਜਿਸ ਮਰਜ਼ੀ ਟਾਈਮ 'ਤੇ ਤੁਸੀਂ ਖਾਣਾ ਖਾਓ, ਤੁਹਾਡਾ ਜੋ ਮਰਜ਼ੀ ਸਕੈਡਿਊਲ ਹੈ, ਬਟ ਯੂ ਹੈਵ ਟੂ ਟੇਕ ਯੂਰ ਪ੍ਰੋਪਰ ਮੀਲ. ਜੇ ਤੁਸੀਂ ਰਾਤੀ ਡਿਨਰ ਨਹੀਂ ਕਰੋਗੇ, ਤੁਸੀਂ ਸਵੇਰੇ ਤਾਂ ਕਿ ਤੁਹਾਡੀ ਆਪਣੇ ਆਪ ਤੁਹਾਡੀ ਬੋਡੀ 'ਚ ਤੁਹਾਨੂੰ ਵੀਕਨੈਸਿਸ ਫੀਲ ਹੋਣੀਆਂ ਸ਼ੁਰੂ ਹੋ ਜਾਣਗੀਆਂ, ਐਸਿਡਿਟੀ ਕਾਜ਼ ਸ਼ੁਰੂ ਹੋ ਜਾਂਦੇ. ਤੇ ਐਸਿਡਿਟੀ ਇਜ਼ ਦ ਮੇਨ ਰੀਜ਼ਨ ਆਫ ਐਕਸ ਨੰਬਰ ਆਫ ਏਲਮੈਂਟਸ. ਜਦੋਂ ਐਸਿਡਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ, ਤੁਹਾਡਾ ਸਟ੍ਰੈਸ ਲੈਵਲ ਇਨਕਰੀਜ਼ ਹੋ ਜਾਏਗਾ. ਸਟ੍ਰੈਸ ਲੈਵਲ ਇਨਕਰੀਜ਼ ਹੁੰਦਾ ਤੇ ਦੈਨ ਯੂ ਗੈਟ ਆਲ ਦ ਏਲਮੈਂਟਸ ਟੂ ਯੂ. ਜੀ ਇੱਕ ਇਹ ਹੈਗਾ ਕਿ ਤੁਹਾਡੇ ਫੇਸ ਦਾ ਚਾਮ ਉੜ ਜਾਂਦਾ. Fat to Slim is the brand ਜਿਹਦੇ ਨਾਲ ਤੁਹਾਡਾ ਫੇਸ ਦਾ ਚਾਮ ਬਿਲਕੁਲ ਨਹੀਂ ਉੱਡਦਾ, ਕਿਉਂਕਿ ਐਜ਼ ਆਈ ਟੋਲਡ ਯੂ ਕਿ ਹਰਬਸ ਐਂਡ ਸਪਾਈਸਿਸ ਗਿਵ ਯੂ ਆਲ ਦ ਨਿਊਟ੍ਰੀਐਂਟਸ, ਤੇ ਉਹਦੇ ਨਾਲ ਫੇਸ ਦਾ ਚਾਮ ਤੁਹਾਡਾ ਉੱਦਾਂ ਦਾ ਉੱਦਾਂ ਹੀ ਰਹਿੰਦਾ. ਤੁਹਾਡੇ ਹੇਅਰ ਵੋਂਟ ਗੋ ਫॉर ਐਨੀਵੇਅਰ. ਡਾਈਟ ਦੇ ਨਾਲ ਇੱਦਾਂ ਹੁੰਦਾ. ਆਈ ਹੈਵ ਸੀਨ ਮੈਨੀ ਕੇਸਿਸ ਇਨ ਫਰੰਟ ਆਫ ਮੀ ਜਿਨ੍ਹਾਂ ਦੇ ਨਾਲ ਜੋ ਡਾਈਟ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਫੇਸ ਇੱਦਾਂ ਲੱਗਦਾ ਜਿਸ ਤਰ੍ਹਾਂ ਪਤਾ ਨਹੀਂ ਬਿਮਾਰ ਹੁੰਦੇ ਨੇ, ਮੁਰਝਾ ਗਿਆ. ਇਟਸ not at all there. So thank you so much for your views, ma'am. Thank you so much for coming. Thank you. ਸੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਜੀ, ਡਿਸਕਸ ਕਰਾਂਗੇ ਨਵੇਂ ਹੈਲਥ ਹੈਜ਼ਰਡ ਨੂੰ. ਉਦੋਂ ਤੱਕ ਜੁੜੇ ਰਹੀਏ ਸਾਡੇ ਚੈਨਲ ਦੇ ਨਾਲ. ਸਤਿ ਸ਼੍ਰੀ ਅਕਾਲ.